ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਹੋ ਚੁੱਕੀ ਹੈ। ਅਜਿਹਾ ਹੋਇਆ ਕਿਵੇਂ ਤੇ ਤਾਜ਼ਾ ਸਟੇਟਸ ਕੀ ਹੈ, ਇਸ ਨੂੰ ਪੋਲੀਟੀਕਲੀ ਕਿਵੇਂ ਦੇਖਿਆ ਜਾ ਸਕਦਾ ਹੈ? ਸੈਕੰਡ ਵਰਲਡ ਵਾਰ ਤੋਂ ਬਾਅਦ ਲਗਾਤਾਰ ਪੂਰੀ ਦੁਨੀਆ ਦੇ ਅੰਦਰ ਅਮਰੀਕਾ ਨੇ ਆਪਣਾ ਝੰਡਾ ਬੁਲੰਦ ਕੀਤਾ। ਹੀਰੋਸ਼ੀਮਾ ਤੇ ਨਾਗਾਸਾਕੀ ਤੇ ਬੰਬ ਸਿੱਟਣ ਤੋਂ ਬਾਅਦ ਸਾਮਰਾਜਵਾਦ ਦਾ ਅੰਤ ਉਹਦੇ ਵਿੱਚ ਹੀ ਪਿਆ ਹੁੰਦਾਗਾ। ਕੋਈ ਵੀ ਸਾਮਰਾਜਵਾਦ ਹੋਵੇ, ਇੱਕ ਸਾਮਰਾਜਵਾਦ ਆ ਜਿਹੜਾ ਉਹ ਕਿਵੇਂ ਆਪਣੀ ਹੀ ਦਲਦਲ 'ਚ ਫਸਦਾਗਾ। ਸਾਮਰਾਜਵਾਦ ਨੇ ਐਂਡ ਆਫ ਦੀ ਡੇ ਆਪਣੀ ਹੀ ਦਲਦਲ 'ਚ ਫਸਣਾ ਹੁੰਦਾ। ਪੂਰੀ ਦੁਨੀਆ 'ਚ ਆਪਾਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਆਲੋਚਨਾ ਹੋ ਰਹੀ ਹੈ ਅਮਰੀਕਾ ਦੀ। ਅਮਰੀਕਾ ਕੋਲ ਕੋਈ ਜਵਾਬ ਨਹੀਂ, ਦੁਨੀਆ ਕੋਲ ਸਵਾਲ ਹੀ ਸਵਾਲ ਨੇ। ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਹੋ ਚੁੱਕੀ ਹੈ। ਅਜਿਹਾ ਹੋਇਆ ਕਿਵੇਂ ਤੇ ਤਾਜ਼ਾ ਸਟੇਟਸ ਕੀ ਹੈ, ਇਸ ਨੂੰ ਪੋਲੀਟੀਕਲੀ ਕਿਵੇਂ ਦੇਖਿਆ ਜਾ ਸਕਦਾ ਹੈ? ਅਸਲ 'ਚ ਜੇ ਇਹਨੂੰ ਥਿਊਰਾਈਜ਼ ਕਰਨਾ ਹੋਵੇ, ਜੇ ਇਹਦਾ ਸਿਧਾਂਤੀਕਰਨ ਕਰਨਾ ਹੋਵੇ ਕਿ ਕੀ ਹੋ ਰਿਹਾ, ਦੋ ਤਰ੍ਹਾਂ ਦੀ ਥਿਊਰੀ ਚੱਲ ਰਹੀ ਹੈ ਦੁਨੀਆ ਦੇ ਉੱਤੇ। ਇੱਕ ਤਾਂ ਇਹ ਹੈ ਕਿ ਪੂਰਬ ਕਾਫੀ ਲੰਬੇ ਸਮੇਂ ਦੇ ਬਾਅਦ ਪੱਛਮ ਨੂੰ ਧੱਕ ਰਿਹਾ ਹੈਗਾ। ਪਲਾਸੀ ਦੀ ਲੜਾਈ ਤੋਂ ਬਾਅਦ ਜਾਂ ਕਹੀਏ ਬਹੁਤ ਸਾਰਾ, ਜੇ ਤੁਸੀਂ ਇਸ ਏਰੀਏ ਦੇ ਅੰਦਰ ਇੱਕ ਵੱਡੀਆਂ ਲੜਾਈਆਂ ਰਹੀਆਂ ਨੇ, ਇਤਿਹਾਸਿਕ ਲੜਾਈਆਂ ਨੂੰ ਸਟੱਡੀ ਕਰੋਗੇ, ਪਿਛਲੇ ਦੌਰ ਦੀਆਂ ਲੜਾਈਆਂ ਨੂੰ ਸਟੱਡੀ ਕਰੋਗੇ, ਪਹਿਲੀ ਵਾਰ ਪੂਰਬ ਆ ਜਿਹੜਾ ਉਹ ਪੱਛਮ ਦੇ ਪੂਰੇ ਆਈਡੀਏ ਨੂੰ ਜਾਂ ਪੱਛਮ ਨੂੰ ਧੱਕ ਰਿਹਾ ਹੈਗਾ। ਇੱਕ ਕਿਤਾਬ ਵੀ ਹੈ ਪੀ ਹਟਿੰਗਟਨ ਦੀ, ਜਿਹੜੀ ਕਲੈਸ਼ ਆਫ ਸਿਵਲਾਈਜੇਸ਼ਨ, ਉਹਦੇ 'ਚ ਹੀ ਬਹੁਤ ਸਾਰੀਆਂ ਗੱਲਾਂ ਨੇ ਕਿ ਸਿਵਲਾਈਜੇਸ਼ਨਾਂ ਦਾ ਕਲੈਸ਼ ਕੀ ਹੈ, ਗੋਰੇ ਕਿਵੇਂ ਇੱਧਰ ਨੂੰ ਆਉਂਦੇ ਨੇ, ਦੂਜੇ ਪਾਸੇ ਕਿਸ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ। ਦੂਜੀ ਲੜਾਈ ਉਹ ਆ ਕਿ ਜਿਹੜਾ ਅੰਪੀਰੀਅਲਿਜ਼ਮ ਦਾ ਸੁਪਨਾ, ਜਿਹੜਾ ਸਾਮਰਾਜਵਾਦ ਆ, ਉਹ ਟੁੱਟਦਾ ਕਿਵੇਂ ਆ। ਦੂਜੀ ਥਿਊਰੀ ਇਹ ਚੱਲ ਰਹੀ ਹੈਗੀ ਸਾਮਰਾਜਵਾਦ ਦਾ ਅੰਤ ਉਹਦੇ ਵਿੱਚ ਹੀ ਪਿਆ ਹੁੰਦਾਗਾ। ਕੋਈ ਵੀ ਸਾਮਰਾਜਵਾਦ ਹੋਵੇ, ਜੇ ਆਪਾਂ ਦੇਖੀਏ ਇੰਗਲੈਂਡ ਦੀ ਪਾਵਰ ਸ਼ਿਫਟ ਹੋ ਗਈ ਸੀ ਜਾਂ ਪਾਵਰ ਟਰਾਂਸਫਰ ਕਹਿ ਦਈਏ ਆਪਾਂ ਅਮਰੀਕਾ ਨੂੰ ਹੋ ਗਈ ਸੀ ਉਦੋਂ, ਪਰ ਸੈਕੰਡ ਵਰਲਡ ਵਾਰ ਤੋਂ ਬਾਅਦ ਲਗਾਤਾਰ ਪੂਰੀ ਦੁਨੀਆ ਦੇ ਅੰਦਰ ਅਮਰੀਕਾ ਨੇ ਆਪਣਾ ਝੰਡਾ ਬੁਲੰਦ ਕੀਤਾ। ਹੀਰੋਸ਼ੀਮਾ ਤੇ ਨਾਗਾਸਾਕੀ ਤੇ ਬੰਬ ਸਿੱਟਣ ਤੋਂ ਬਾਅਦ ਰਸ਼ੀਆ ਨੂੰ ਇੱਕ ਹੱਦ ਤੱਕ ਕਾਊਂਟਰ ਕਰਦਾ ਰਿਹਾ, ਸੋਵੀਅਤ ਯੂਨੀਅਨ ਇਹਨੂੰ ਇੱਕ ਹੱਦ ਤੱਕ ਕਾਊਂਟਰ ਕਰਦੀ ਰਹੀ। ਪਰ ਜਦੋਂ ਸੋਵੀਅਤ ਯੂਨੀਅਨ ਢਹਿ ਢੇਰੀ ਹੋ ਗਈ, ਜਦੋਂ ਸੋਵੀਅਤ ਯੂਨੀਅਨ ਇੱਕ ਤਰ੍ਹਾਂ ਭੰਗ ਹੋ ਗਈ, ਉਸ ਤੋਂ ਬਾਅਦ ਪੂਰੀ ਦੁਨੀਆ ਦੇ ਅੰਦਰ ਇੱਕ ਧੁਰੀ ਸੰਸਾਰ ਦਾ ਕਨਸੈਪਟ ਆ ਗਿਆ, ਜਿਹਦੇ 'ਚੋਂ ਵੱਡਾ ਪ੍ਰਚਾਰ ਕੀਤਾ ਗਿਆ। ਦੁਨੀਆ ਗਲੋਬਲ ਹੋ ਗਈ, ਗਲੋਬਲਾਈਜੇਸ਼ਨ ਦੀ ਗੱਲ ਕੀਤੀ ਗਈ ਕਿ ਹੁਣ ਤਾਂ ਪੂਰੀ ਦੁਨੀਆ ਇੱਕ ਪਿੰਡ ਬਣ ਗਈ। ਪਰ ਆਰਥਿਕ ਤੌਰ ਦੇ ਉੱਤੇ ਬਹੁਤ ਸਾਰੀ ਲੁੱਟ ਹੁੰਦੀ ਰਹੀ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਮਰੀਕਾ ਜਾਂਦਾ ਰਿਹਾ, ਬਹੁਤ ਸਾਰੀਆਂ ਥਾਵਾਂ 'ਤੇ ਅਮਰੀਕਾ ਦੇ ਜਿਹੜੇ ਮਿੱਤਰ ਦੇਸ਼ ਸੀ ਉਹ ਜਾਂਦੇ ਰਹੇ। ਪਰ ਪੂਰੀ ਦੁਨੀਆ 'ਚ ਸਵਾਲ ਉੱਠਦਾ ਰਿਹਾ ਕਿ ਇਹ ਕਿਉਂ। ਤਾਂ ਦੋ ਥਿਊਰੀਆਂ ਦੁਨੀਆ 'ਤੇ ਨੇ, ਇੱਕ ਪੂਰਬ ਦੀ ਪੱਛਮ 'ਤੇ ਜਿੱਤ, ਇੱਕ ਸਾਮਰਾਜਵਾਦ ਆ ਜਿਹੜਾ ਉਹ ਕਿਵੇਂ ਆਪਣੀ ਹੀ ਦਲਦਲ 'ਚ ਫਸਦਾ ਹੈਗਾ। ਸਾਮਰਾਜਵਾਦ ਨੇ ਐਂਡ ਆਫ ਦੀ ਡੇ ਆਪਣੀ ਹੀ ਦਲਦਲ 'ਚ ਫਸਣਾ ਹੁੰਦਾ। ਇਹ ਉਹਦੀ ਆਪਣੀ ਹੀ ਦਲਦਲ ਬਣਾਈ ਹੋਈ ਹੈ। ਅਫਗਾਨਿਸਤਾਨ ਹਾਲਾਂਕਿ ਫਸਿਆ ਨਹੀਂ ਪ੍ਰੋਪਰ ਉਹ, ਪਰ ਉਹਦੀ ਇੱਕ ਪੂਰੀ ਦੁਨੀਆ 'ਚ ਆਪਾਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਆਲੋਚਨਾ ਹੋ ਰਹੀ ਹੈ ਅਮਰੀਕਾ ਦੀ। ਪੂਰੀ ਦੁਨੀਆ ਦੇ ਅੰਦਰ ਤਾਲਿਬਾਨਾਂ ਜਿਸ ਤਰੀਕੇ ਦੇ ਨਾਲ ਮੈਸੇਜ ਦੇ ਰਹੇ ਨੇ, ਹਾਲਾਂਕਿ ਅੱਗੇ ਕੀ ਕਰਨਾ ਇਹ ਤਾਂ ਸਮਾਂ ਦੱਸੇਗਾ, ਪਰ ਫਿਲਹਾਲ ਉਹ ਕਹਿ ਰਹੇ ਨੇ ਕਿ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ, ਅਸੀਂ ਸ਼ਾਂਤਮਈ ਤਰੀਕੇ ਨਾਲ ਕਰਾਂਗੇ, ਅਸੀਂ ਕੋਈ ਕਿਲਿੰਗ ਨਹੀਂ ਕੀਤੀਆਂ। ਔਰ ਬੁਰਕੇ ਦੀ ਗੱਲ, ਤਮਾਮ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ, ਤਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਆ। ਤਾਂ ਇੰਟਰਨੈਸ਼ਨਲ ਪੋਲੀਟਿਕਸ ਕਿਸ ਤਰੀਕੇ ਨਾਲ ਚੱਲਦੀ ਹੈ, ਕੌਮਾਂਤਰੀ ਰਾਜਨੀਤੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਸੁਨੇਹੇ ਦਿੱਤੇ ਜਾਂਦੇ ਨੇ, ਉਹ ਸਭ ਤੋਂ ਵੱਡਾ ਮੈਨੂੰ ਲੱਗਦਾ ਹੈਗਾ ਕਿ ਸੁਨੇਹਾ ਇਸ ਪੂਰੇ ਮਸਲੇ 'ਚੋਂ ਮਿਲ ਰਿਹਾ ਹੈਗਾ। ਅਤੇ ਸਾਮਰਾਜਵਾਦ ਦੇ ਲਈ ਵੀ ਇੱਕ ਸੁਨੇਹਾ ਹੈਗਾ, ਸਾਮਰਾਜਵਾਦ ਲਈ ਵੀ ਇੱਕ ਸੁਨੇਹਾ ਕਿ ਜਿਹੜਾ ਅੰਪੀਰੀਅਲਿਜ਼ਮ ਆ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਇਹਦੇ 'ਚ ਟਿਕ ਸਕਦਾ, ਕਿਸ ਤਰੀਕੇ ਨਾਲ ਨਹੀਂ ਟਿਕ ਸਕਦਾ, ਉਹਨੂੰ ਅੱਗੇ ਕੀ ਸਿੱਖਣ ਦੀ ਲੋੜ ਆ। ਔਰ ਜਿਸ ਤਰੀਕੇ ਨਾਲ ਅਮਰੀਕਾ ਦੁਨੀਆ ਦੇ ਬਾਕੀ ਮੁਲਕਾਂ ਦੇ ਅੰਦਰ, ਤਾਂ ਅਮਰੀਕਾ ਦੇ ਸਾਮਰਾਜ ਦਾ ਡੁੱਬਦਾ ਸੂਰਜ ਵੀ ਹੈ। ਅਮਰੀਕਾ ਨੇ ਹੁਣ ਸੋਚਣਾ ਕਿ ਜਿਸ ਤਰੀਕੇ ਨਾਲ ਦੁਨੀਆ ਨੂੰ ਉਹ ਗਵਰਨ ਕਰਨਾ ਚਾਹੁੰਦਾ ਸੀ, ਜਾਂ ਅਮਰੀਕਾ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਅੰਦਰ ਆਪਣਾ ਗਿਆਨ ਵੰਡਦਾ ਸੀ, ਬਹੁਤ ਸਾਰੀਆਂ ਗੱਲਾਂ ਕਹਿੰਦਾ ਸੀ, ਕਿਤੇ ਨਾ ਕਿਤੇ ਉਹਦਾ ਜ਼ਬਰਦਸਤ ਫੇਲਿਊਰ ਹੈ। ਤਾਂ ਇਹਦੇ 'ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਇਸੇ ਕਰਕੇ ਹੀ ਅਮਰੀਕਾ ਕੋਲ ਕੋਈ ਜਵਾਬ ਨਹੀਂ, ਦੁਨੀਆ ਕੋਲ ਸਵਾਲ ਹੀ ਸਵਾਲ ਨੇ। ਜੀ, ਕੀ ਲੱਗਦਾ ਕਿ ਹੁਣ ਜਿਹੜੀ ਕੌਮਾਂਤਰੀ ਰਾਜਨੀਤੀ ਆ ਉਹ ਕੀ ਕਹਿੰਦੀ ਹੈ? ਕੌਮਾਂਤਰੀ ਰਾਜਨੀਤੀ 'ਚ ਤੁਸੀਂ ਦੇਖੋ, ਜੇ ਤੁਸੀਂ ਸਿੱਧੇ ਤੌਰ ਦੇ ਉੱਤੇ ਦੇਖਣਾ ਹੋਵੇ, ਰੂਸ ਤੇ ਚੀਨ ਇੱਕ ਪਾਸੇ, ਦੂਜੇ ਪਾਸੇ ਤੁਸੀਂ ਦੇਖੋ ਨਾਟੋ ਦੇ ਮੁਲਕ ਜਿਹੜੇ ਮਿੱਤਰ ਦੇਸ਼ ਨੇ, ਜਾਂ ਕਹਿ ਦਈਏ ਅਮਰੀਕਾ ਦੇ ਨੇੜੇ ਸੀ, ਉਹ ਵੀ ਅਮਰੀਕਾ ਦੀ ਆਲੋਚਨਾ ਕਰ ਰਹੇ ਨੇ। ਵੱਡੇ ਪੱਧਰ ਦੇ ਉੱਤੇ ਨਾਟੋ ਮੁਲਕਾਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਆਲੋਚਨਾ ਕੀਤੀ ਹੈ, ਲੋਕਾਂ ਨੇ ਵੀ ਕੀਤੀ ਹੈ, ਉੱਥੋਂ ਦੀਆਂ ਸਰਕਾਰਾਂ 'ਚ ਰਹਿਣ ਵਾਲੇ ਲੋਕਾਂ ਨੇ ਵੀ। ਅਮਰੀਕਾ ਦੇ ਅੰਦਰ ਖੁਦ ਟਰੰਪ ਦੇ ਜਿਹੜੇ ਲੋਕ ਨੇ ਉਹ ਬਾਈਡਨ ਨੂੰ ਦੀ ਆਲੋਚਨਾ ਕਰ ਰਹੇ ਨੇ। ਅਮਰੀਕਾ ਦੇ ਅੰਦਰ ਬਹੁਤ ਵੱਡੀ ਆਲੋਚਨਾ ਹੋ ਰਹੀ ਹੈ। ਦੁਨੀਆ ਭਰ 'ਚ ਅਮਰੀਕਾ ਦੇ ਖਿਲਾਫ ਮੁਜ਼ਾਹਰੇ ਹੋ ਰਹੇ ਨੇ। ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਆਪਣੇ ਤਰੀਕੇ ਨਾਲ ਸੱਤਾ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਹੀ ਉੱਥੇ ਵਾਧਾ ਆਧਾਰ ਦੇਖਿਆ
ਕੰਪਰੋਮਾਈਜ਼ ਕੀਤਾ। ਉਹ ਕੰਪਰੋਮਾਈਜ਼ ਤੋਂ ਬਾਅਦ ਜਿਸ ਤਰ੍ਹਾਂ ਦੀ ਉਥਲ ਪੁਥਲ ਹੋਈ ਹੈ ਉਹਨੇ ਵੀ ਬਹੁਤ ਸਾਰਾ ਕੁਝ ਕੀਤਾ ਗਾ। ਉਹਦੇ 'ਚੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਆ ਜਿਹੜੀ ਉੱਥੇ ਬਣ ਜਾ ਰਹੀ ਹੈ ਤਾਲਿਬਾਨਾਂ ਦੀ, ਔਰ ਤਾਲਿਬਾਨਾਂ ਨੇ ਸੱਦਾ ਵੀ ਦੇ ਦਿੱਤਾ, ਜਿਵੇਂ ਹਾਮਦ ਕਰਜ਼ਾਈ ਹੋਰੀ ਨੇ ਖਾਸ ਤੌਰ 'ਤੇ ਜਿਹੜਾ ਨਾਰਦਰਨ ਅਲਾਇੰਸ ਹੈਗਾ ਜਿਹੜਾ ਰਸ਼ੀਆ ਦੇ ਨਾਲ ਲੱਗਦਾ ਇਲਾਕਾ ਜੇ ਆਪਾਂ ਕਹਿ ਦਈਏ, ਉਹਨਾਂ ਨੂੰ ਵੀ ਬਕਾਇਦਾ ਤੌਰ ਦੇ ਉੱਤੇ ਸਰਕਾਰ 'ਚ ਸ਼ਾਮਲ ਹੋਣ ਦੇ ਸੱਦੇ ਦੀਆਂ ਗੱਲਾਂ ਚੱਲ ਰਹੀਆਂ ਨੇ। ਔਰ ਅਮਰੀਕਾ ਵਾਰ-ਵਾਰ ਸਟੇਟਮੈਂਟਾਂ ਦੇ ਰਿਹਾ, ਉਹਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਦੂਜੇ ਪਾਸੇ ਤਾਲਿਬਾਨਾਂ ਦੇ ਜਿੰਨੇ ਵੱਡੇ ਲੀਡਰ ਨੇ, ਚਾਹੇ ਦੋਹਾ 'ਚ ਬੈਠੇ ਸੀ ਜਾਂ ਕਿਤੇ ਹੋਰ, ਉਹ ਸਾਰੇ ਆ ਕੇ ਇੱਥੇ ਬਕਾਇਦਾ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ। ਔਰ ਜਿਹੜੇ ਗਨੀ ਹੋਰੀ ਤਜਾਕਿਸਤਾਨ ਬੈਠਦੇ ਨੇ ਜਾ ਕੇ, ਉਹਨਾਂ ਨੂੰ ਉੱਥੋਂ ਦੋਹਾ ਜਾਣਾ ਪੈਂਦਾ ਗਾ। ਤਾਂ ਬਹੁਤ ਸਾਰੇ ਇਸ਼ਾਰੇ ਹੋ ਰਹੇ ਨੇ ਕਿ ਅਮਰੀਕਾ ਦੇ ਹਿਸਾਬ ਨਾਲ ਜੋ ਚੱਲਦਾ ਸੀ ਉਹ ਨਹੀਂ ਚੱਲ ਰਿਹਾ। ਖਾਸ ਤੌਰ 'ਤੇ ਪੂਰਬੀ ਖਿੱਤੇ ਦੇ ਅੰਦਰ ਉਹ ਫੋਰਸ ਨੂੰ ਪਹਿਲੀ ਵਾਰ ਮੌਕਾ ਮਿਲ ਰਿਹਾ, ਖਾਸ ਤੌਰ 'ਤੇ ਰਸ਼ੀਆ ਅਤੇ ਚਾਈਨਾ ਨੂੰ, ਜਿਹੜੀ ਇਸ ਥਾਂ ਦੀ ਜੀਓਪੋਲੀਟੀਕਲ ਥਾਂ ਦੇ ਉੱਤੇ, ਇਸ ਤਰ੍ਹਾਂ ਦੇ ਖਿੱਤੇ ਦੇ ਉੱਤੇ ਲੰਮਾ ਸਮਾਂ ਅਮਰੀਕਾ ਦਾ ਕਬਜ਼ਾ ਰਿਹਾ। ਪਹਿਲਾਂ ਪਾਕਿਸਤਾਨ ਉਹਨਾਂ ਦੇ ਮੁਤਾਬਕ ਚੱਲਦਾ ਰਿਹਾ। ਪਾਕਿਸਤਾਨ ਨੂੰ ਇੱਕ ਤਰ੍ਹਾਂ ਅਮਰੀਕਾ ਦੀ ਇੱਕ ਠਾਹਰ ਮੰਨਿਆ ਜਾਂਦਾ ਸੀ, ਬਹੁਤ ਵੱਡੀ ਕੈਪੀਟਲ ਇਨਵੈਸਟਮੈਂਟ ਉਹ ਕਰਦਾ ਸੀ, ਬਹੁਤ ਵੱਡੀ ਇਨਵੈਸਟਮੈਂਟ ਅਮਰੀਕਾ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਫੋਰਸਿਸ ਅਤੇ ਹਥਿਆਰਾਂ 'ਤੇ ਅਫਗਾਨਿਸਤਾਨ ਦੇ ਅੰਦਰ, ਪਾਕਿਸਤਾਨ ਦੇ ਅੰਦਰ, ਇੰਡੀਆ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਇਨਵੈਸਟਮੈਂਟ ਕਰਦਾ ਗਾ। ਪਰ ਇੰਡੀਆ ਦੀ ਉਹ ਇਨਵੈਸਟਮੈਂਟ ਵੀ ਇੱਕ ਤਰ੍ਹਾਂ ਮਿੱਟੀ ਹੋ ਗਈ। ਇੰਡੀਆ ਕੋਲ ਵੀ ਉਸ ਤਰ੍ਹਾਂ ਦੀ ਇੱਕ ਸਟ੍ਰੈਟਜੀ, ਜਿਸ ਤਰ੍ਹਾਂ ਦੀ ਇੱਕ ਰਣਨੀਤੀ ਚਾਹੀਦੀ ਸੀ ਤਾਲਿਬਾਨਾਂ ਨੂੰ ਲੈ ਕੇ, ਯਾਨੀ ਕੋਈ ਨਾ ਕੋਈ ਟਰੈਕ ਟੂ ਥਿਊਰੀ। ਇੱਕ ਤਾਂ ਹੁੰਦੀਆਂ ਨੇ ਜਿਹੜੀਆਂ ਸਿੱਧੀਆਂ ਗੱਲਾਂ ਹੁੰਦੀਆਂ ਨੇ, ਇੱਕ ਟਰੈਕ ਟੂ ਥਿਊਰੀ ਦੇ ਜ਼ਰੀਏ ਬਾਕੀ ਲੋਕਾਂ ਦੇ ਨਾਲ ਰਾਬਤਾ ਰੱਖਿਆ ਜਾਂਦਾ, ਜਿਵੇਂ ਪਹਿਲਾਂ ਲਗਾਤਾਰ ਰਿਹਾ ਸਾਡੀਆਂ ਏਜੰਸੀਆਂ ਦਾ, ਸਾਡੇ ਬਹੁਤ ਸਾਰੇ ਹੋਰ ਸਾਧਨਾਂ ਦੇ ਜ਼ਰੀਏ। ਪਰ ਹੁਣ ਕਿਤੇ ਨਾ ਕਿਤੇ ਉਹ ਟੁੱਟਿਆ ਗਾ। ਕਿਤੇ ਨਾ ਕਿਤੇ ਅਮਰੀਕਨ ਇੰਟੈਲੀਜੈਂਸ, ਜਿਹੜੇ ਰਾਸ਼ਟਰਪਤੀ ਕਹਿ ਰਹੇ ਸੀ ਅਮਰੀਕਾ ਦੇ ਕਿ 90 ਦਿਨ ਲੱਗਣਗੇ, ਉਹ 20 ਦਿਨਾਂ 'ਚ ਆ ਗਏ। ਤਾਂ ਜਿਹੜੀ ਉਹ ਪੂਰੇ ਦਾ ਪੂਰਾ ਢਾਂਚਾ ਵੀ ਫੇਲ ਹੋਇਆ, ਜਾਂ ਅਮਰੀਕਾ ਦੀ ਜੋ ਅਸੈਸਮੈਂਟ ਸੀ ਉਹ ਫੇਲਿਅਰ ਹੋਈ ਹੈਗੀ, ਜਾਂ ਅਮਰੀਕਾ ਇਹ ਚਾਹੁੰਦਾ ਸੀਗਾ, ਜੇ ਚਾਹੁੰਦਾ ਸੀਗਾ ਤਾਂ ਇਸੇ ਕਰਕੇ ਪੂਰੀ ਦੁਨੀਆ 'ਚ ਆਲੋਚਨਾ ਹੋ ਰਹੀ ਹੈ ਕਿ ਤੁਹਾਡੀ ਕਾਹਦੀ ਜ਼ਿੰਮੇਵਾਰੀ ਹੈ। ਨਾਟੋ ਮੁਲਕ ਉਹਨਾਂ ਦੀ ਆਲੋਚਨਾ ਕਰ ਰਹੇ ਨੇ, ਕਿਉਂਕਿ ਨਾਟੋ ਮੁਲਕਾਂ ਦੀਆਂ ਫੌਜਾਂ ਤਾਂ ਵਾਪਸ ਚਲੀਆਂ ਗਈਆਂ, ਉਹਨਾਂ ਦਾ ਜਿਹੜਾ ਹੋਰ ਸਟਾਫ ਸੀ, ਉਹਨਾਂ ਦੇ ਦੋ ਭਾਸ਼ੀਏ ਸੀ, ਉਹਨਾਂ ਦੇ ਹੋਰ ਕਲੈਰੀਕਲ ਸਟਾਫ ਜੇ ਆਪਾਂ ਕਹਿ ਦਈਏ, ਉਹਨਾਂ ਦਾ ਕਲੈਰੀਕਲ ਸਟਾਫ ਉੱਥੇ ਹੀ ਬੈਠਾ ਸੀ। ਇਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ।